सो सतगुर प्यारा मेरे नाल है, सो सतगुर प्यारा मेरे नाल है। 2 3 4 ਜੈਨਰੇਸ਼ਨਸ ਤੋਂ ਅਸੀਂ ਮਲੇਸ਼ੀਆ ਵਿੱਚ ਹੈ। ਤੁਹਾਡੇ ਫਾਦਰ ਸਾਹਿਬ ਹੋਰਾਂ ਦਾ ਜਨਮ ਵੀ ਉੱਧਰ ਦਾ ਹਾਂਜੀ, ਆ? ਮੇਰੇ ਫਾਦਰ ਮਦਰ ਗ੍ਰੈਂਡ ਪੈਰੈਂਟਸ ਦਾ ਵੀ ਜਨਮ ਮਲੇਸ਼ੀਆ ਵਿੱਚ ਹੋ ਗਿਆ। ਬਚਪਨ ਤੋਂ ਆਈ ਥਿੰਕ ਅਸੀਂ ਹਰ 2 3 ਸਾਲ ਆਉਂਦੇ ਰਹਿੰਦੇ ਨਾਰਮਲੀ ਯਾਤਰਾ ਕਰਨ ਲਈ, ਕੀਰਤਨ ਕਰਨ ਲਈ, ਸ਼ਾਪਿੰਗ ਕਰਨ ਲਈ। ਆਫ ਕੋਰਸ। ਹਾਂ, ਜੋ ਵੀ ਘਰ ਵਿੱਚ ਪਲੇ ਹੁੰਦਾ ਮੈਂ ਉਹੀ ਸੁਣਦੀ ਆ ਰਹੀ ਹਾਂ। ਮੈਂ ਉਹੀ ਸੁਣਦੀ ਪਰ ਸਾਨੂੰ ਬਿਲਕੁਲ ਸਮਝ ਆ ਰਹੀ ਹੈ ਤੁਹਾਡੀ ਪੰਜਾਬੀ। ਨਹੀਂ, ਮੈਂ ਚਾਹੁੰਦੀ ਹਾਂ ਕਿ ਤੁਸੀਂ I'm so sorry to the audience. ਮੇਰੀ ਪੰਜਾਬੀ ਬਹੁਤ ਖਰਾਬ ਹੈ ਕਿ ਜਦੋਂ ਅਸੀਂ ਤੁਹਾਨੂੰ ਗਾਉਂਦਿਆਂ ਸੁਣਦੇ ਹਾਂ ਤਾਂ ਜਿਵੇਂ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਹਾਂਜੀ ਕਿ ਗਾਉਂਦਿਆਂ ਤੁਹਾਡਾ ਕਦੇ ਵੀ ਲੈਂਗੁਏਜ ਬੈਰੀਅਰ ਸਾਨੂੰ ਫੀਲ ਨਹੀਂ ਹੋਇਆ। ਇਹ ਕਿਵੇਂ ਹੁੰਦਾ? ਆਈ ਥਿੰਕ ਇਹ ਕੀਰਤਨ ਦੇ ਨਾਲ ਹੋ ਗਿਆ। ਕਲਾਸਿਕਲ ਸਿੱਖੀ I've learnt about 60-65 rags. So that foundation was very, very important in terms of voice flexibility and the range. Pukare Karyana ek gana hai Hinimua or Tutenikai. They are like the Hi Ranja of New Zealand. It's a song about them. And I love to sing it together क्योंकि ये थोड़ा जा मेरी identity बिल्कुल फॉर्म कर दी एज अ कीवी पंजाबी। कीवी पंजाबी। हाँ, ही ने हो की मारा कामते आहो इते अरोहाए। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। ਅੱਜ ਦੀ ਇੰਟਰਵਿਊ ਸਾਡੇ ਲਈ ਬੇहद ਖਾਸ ਵੀ ਹੈ ਅਤੇ ਬੇहद ਸੁਰੀਲੀ ਵੀ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਅੰਮ੍ਰਿਤਾ ਕੌਰ। ਉਹਨਾਂ ਦੇ ਸ਼ਬਦ ਜਾਂ ਫਿਰ ਉਹਨਾਂ ਦੇ ਗਾਏ ਹੋਏ ਗੀਤ ਤੁਸੀਂ ਅਕਸਰ ਸੁਣਦੇ ਹੋ ਅਤੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਅੰਮ੍ਰਿਤਾ ਨੂੰ ਹੋਰ ਜਾਣਾਂਗੇ। ਉਹਨਾਂ ਦਾ ਜਨਮ ਕਿੱਥੇ ਹੋਇਆ ਅਤੇ ਕਿਵੇਂ ਉਹਨਾਂ ਨੇ 7 ਸਾਲ ਦੀ ਉਮਰ ਦੇ ਵਿੱਚ ਆਪਣੇ ਫਾਦਰ ਸਾਹਿਬ ਦੇ ਨਾਲ ਜਿਹੜੇ ਕਿ ਪ੍ਰਸਿੱਧ ਕੀਰਤਨੀਏ ਨੇ ਉਹਨਾਂ ਦੇ ਨਾਲ ਗਾਉਣਾ ਸ਼ੁਰੂ ਕੀਤਾ, ਸ਼ਬਦ ਸ਼ੁਰੂ ਕੀਤੇ, ਕੀਰਤਨ ਸਮਾਗਮਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਅੰਮ੍ਰਿਤਾ ਦੀ ਜਰਨੀ ਕਿਉਂ ਅਤੇ ਕਿਵੇਂ ਖਾਸ ਰਹੀ, ਇਸ ਸਭ ਬਾਰੇ ਅਸੀਂ ਉਹਨਾਂ ਤੋਂ ਜਾਣਾਂਗੇ। ਉਹਨਾਂ ਦਾ ਜਨਮ ਇੰਗਲੈਂਡ ਦੇ ਵਿੱਚ ਹੋਇਆ, ਉਸ ਤੋਂ ਬਾਅਦ ਮਲੇਸ਼ੀਆ ਅਤੇ ਉਸ ਤੋਂ ਬਾਅਦ 7 ਸਾਲ ਦੀ ਉਮਰ ਦੇ ਵਿੱਚ ਉਹ ਨਿਊਜ਼ੀਲੈਂਡ ਸ਼ਿਫਟ ਹੋ ਜਾਂਦੇ ਨੇ। ਸੋ ਉਹਨਾਂ ਮੁਲਕਾਂ ਦੇ ਵਿੱਚ ਜਨਮ ਹੋਣਾ ਅਤੇ ਫਿਰ ਉਸ ਤੋਂ ਬਾਅਦ ਪੰਜਾਬੀ ਦੇ ਨਾਲ ਜੁੜਨਾ, ਗੁਰਬਾਣੀ ਦੇ ਨਾਲ ਜੁੜਨਾ, ਸੋ ਇਹ ਸਭ ਸਫ਼ਰ 'ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਅਕਸਰ ਉਹਨਾਂ ਦਾ ਇੱਕ ਸ਼ਬਦ ਆ ਜਿਹੜਾ ਕਿ ਅਸੀਂ ਸਾਰੇ ਹੀ ਬਹੁਤ ਹੀ ਰੂਹ ਦੇ ਨਾਲ ਸੁਣਦੇ ਹਾਂ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸਾਡੀ ਖੁਆਇਸ਼ ਸੀ ਕਿ ਅੱਜ ਦੀ ਇੰਟਰਵਿਊ ਦੀ ਸ਼ੁਰੂਆਤ ਉਸੇ ਸ਼ਬਦ ਦੇ ਨਾਲ ਅਸੀਂ ਕਰੀਏ। ਸੋ ਅੰਮ੍ਰਿਤਾ ਹੋਰਾਂ ਨੂੰ ਪਹਿਲਾਂ ਜੀ ਆਇਆਂ ਕਹਿੰਦੇ ਹਾਂ ਅਤੇ ਫਿਰ ਉਹਨਾਂ ਤੋਂ ਅਸੀਂ ਇਸ ਸ਼ਬਦ ਦੀਆਂ ਕੁਝ ਤੁਕਾਂ ਸੁਣਾਂਗੇ। ਸਤਿ ਸ਼੍ਰੀ ਅਕਾਲ ਅੰਮ੍ਰਿਤਾ। ਸਤਿ ਸ਼੍ਰੀ ਅਕਾਲ ਭੈਣ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਐਂਡ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਇਟਸ ਮਾਈ ਪਲੇਜ਼ਰ ਟੂ ਬੀ ਹੇਅਰ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਐਂਡ ਇਟਸ ਸੱਚ ਐਨ ਆਨਰ ਕਿ ਅਸੀਂ ਤੁਹਾਡੇ ਨਾਲ ਹਾਂ ਕਿਉਂਕਿ ਅਸੀਂ ਤੁਹਾਡੀ ਆਵਾਜ਼ ਨੂੰ ਸੁਣਦੇ ਰਹੇ ਹਾਂ ਹੁਣ ਤੱਕ, ਹੈ ਨਾ। ਅਤੇ ਅੱਜ ਸਾਨੂੰ ਅੰਮ੍ਰਿਤਾ ਬਾਰੇ ਹੋਰ ਜਾਣਨ ਦਾ ਮੌਕਾ ਮਿਲੂਗਾ ਕਿਉਂਕਿ ਮੈਂ ਬਿਲਕੁਲ ਨਹੀਂ ਸੀ ਸੋਚਿਆ ਕਿ ਕੋਈ ਇੰਗਲੈਂਡ ਦੀ ਧਰਤੀ 'ਤੇ ਜੰਮਿਆ ਅਤੇ ਉਹ ਗੁਰਬਾਣੀ ਦੇ ਨਾਲ ਜਾਂ ਫਿਰ ਪੰਜਾਬੀ ਗਾਇਕੀ ਦੇ ਨਾਲ ਇਸ ਤਰੀਕੇ ਨਾਲ ਜਾਂ ਜੁੜ ਸਕਦਾ ਆ, ਇੰਨੇ ਦਿਲੋਂ ਜੁੜ ਸਕਦਾ ਆ। ਸੋ ਅੱਜ ਅਸੀਂ ਤੁਹਾਡੀ ਪੂਰੀ ਜਰਨੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਕਹਿੰਦੇ ਹੁੰਦੇ ਨੇ ਗੁਰਬਾਣੀ ਦੇ ਵਿੱਚੋਂ ਕੁਛ ਵੀ ਐ ਨਹੀਂ ਹੁੰਦਾ ਕਿ ਆਹ ਮਨਪਸੰਦ ਆ ਤੁਹਾਡਾ। ਗੁਰਬਾਣੀ ਸਾਰੀ ਹੀ ਬਹੁਤ ਖਾਸ ਹੈ ਸਾਡੇ ਲਈ। ਪਰ ਤੁਹਾਡਾ ਸ਼ਬਦ ਅਕਸਰ ਜਿਹੜਾ ਮੈਂ ਬਹੁਤ ਜ਼ਿਆਦਾ ਸੁਣਦੀ ਹਾਂ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜ਼ਰੂਰ। ਸੋ ਮੈਂ ਚਾਹੁੰਦੀ ਹਾਂ ਕਿ ਅੱਜ ਦੀ ਇੰਟਰਵਿਊ ਦੀ ਸ਼ੁਰੂਆਤ ਅਸੀਂ ਉੱਥੋਂ ਹੀ ਕਰੀਏ। ਹਾਂਜੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ,
सो सतगुर प्यारा मेरे नाल है जिथे किथे मैनू लए छड़ाई जिथे किथे मैनू लए छड़ाई सो सतगुर प्यारा मेरे नाल है सो सतगुर प्यारा मेरे नाल है ਬਹੁਤ ਸ਼ੁਕਰੀਆ। थैंक यू ਸੋ ਮਿਊਜ਼ਿਕ ਦੇ ਨਾਲ ਤੁਹਾਡੀ ਪਹਿਲੀ ਪਛਾਣ ਜਾਣ ਪਛਾਣ ਇਹੀ ਸੀ? हाँ जी आई ग्रू अप मैं बचपन तो पापा दे नाल कीर्तन करदी सी ਮੈਂ साथ- ਚਾਹੁੰਦੀ ਹਾਂ ਕਿ ਉਹਨਾਂ ਦੇ ਨਾਮ ਦਾ ਵੀ ਜ਼ਿਕਰ ਤੁਸੀਂ ਜ਼ਰੂਰ हाँ ਕਰੋ। जी पापा दा नाम भाई यादविंदर सिंह है वो ਵੈਲ ਨੋਨ ਕੀਰਤਨੀਆ ਜੀ। ਹੈ ਮਲੇਸ਼ੀਆ ਤੋਂ ਤੇ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਕੀਰਤਨ ਦੀ ਹਾਜ਼ਰੀ like he got the opportunity to do kirtan in Harmandir Sahib as well, which is very big blessing. So papa de naal kirtan ਕਰਦੇ ਅੱਜ ਤੱਕ ਵੀ ਮੈਂ ਉਹਨਾਂ ਦੇ ਨਾਲ ਕੀਰਤਨ ਕਰਦੀ and ਹੁਣ concerts ਵੀ ਕਰਦੇ but yeah papa ਦਾ ਯੋਗਦਾਨ ਬਹੁਤ important ਰਹੀ ਹੈ ਮੇਰੇ music journey ਵਿੱਚ ਕਿਉਂਕਿ ਉਹ ਮੇਰੇ first ਗੁਰੂ ਵੀ ਹੈ ਬਿਲਕੁਲ ਮਿਊਜ਼ਿਕ ਦੇ ਵਿੱਚ ਹਾਂ ਮੈਂ ਚਾਹੁੰਦੀ ਹਾਂ ਕਿ ਕਿਉਂਕਿ ਆਪਾਂ ਜਦੋਂ ਇੰਟਰਵਿਊ ਤੋਂ ਪਹਿਲਾਂ ਗੱਲਬਾਤ ਕਰ ਰਹੀ ਸੀਗੀ ਤਾਂ ਸਤਿੰਦਰਜੀਤ ਭਾਜੀ ਤੁਹਾਡੇ ਦਾਦਾ ਜੀ ਤੱਕ ਦੀਆਂ ਵੀ ਗੱਲਾਂ ਕਰਦੇ ਸੀਗੇ। ਮੈਂ ਚਾਹੁੰਦੀ ਹਾਂ ਕਿ ਕਿਉਂਕਿ ਇੱਕ ਪਰਸਨੈਲਿਟੀ ਆ ਜਿਹੜੀ ਉਹ ਇੱਕ ਦਿਨ 'ਚ ਨਹੀਂ ਬਣਦੀ। ਆਈ ਗੈਸ ਅੰਮ੍ਰਿਤਾ ਦੇ ਪਿੱਛੇ ਵੀ ਇੱਕ ਬੈਕਗਰਾਉਂਡ ਹੈ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਪਰਿਵਾਰ ਬਾਰੇ ਸਾਨੂੰ ਦੱਸੋ ਕਿ ਇਹ ਸੰਗੀਤ ਦੇ ਨਾਲ ਕਦੋਂ ਤੋਂ ਕਿਹੜੀ ਪੀੜ੍ਹੀ ਤੋਂ ਜੁੜੇ ਹੋਏ ਨੇਗੇ। ਸ਼ੋਰ ਮੇਰੇ ਦਾਦਾ ਜੀ ਬਹੁਤ ਇੰਟਰਸਟ ਸੀ ਕੀਰਤਨ ਦੇ ਵਿੱਚ ਤੇ ਉਹਨਾਂ ਨੇ ਬਹੁਤ ਕੁਝ ਉਹਨਾਂ ਦਾ ਕੀਤਾ। ਨਾਮ ਕੀ ਸੀ? ਸਰਦਾਰ ਪ੍ਰੀਤਮ ਸਿੰਘ ਜੀ ਜੀ। ਤੇ ਉਹਨਾਂ ਨੇ ਬਹੁਤ ਕੀਤਾ ਮੇਰੇ ਪਾਪਾ ਔਰ ਤਾਇਆ ਜੀ ਨੂੰ ਸਿਖਾਉਣ ਲਈ ਉਹਨਾਂ ਨੂੰ ਭੇਜਿਆ ਲਾਈਕ ਪੰਜਾਬ ਨੂੰ। ਅੱਛਾ ਮਤਲਬ ਤੁਹਾਡੀ ਫੈਮਿਲੀ ਕਾਫੀ ਚਿਰਾਂ ਤੋਂ ਬਾਹਰ ਰਹਿ ਰਹੀ ਹੈ ਪੰਜਾਬ ਤੋਂ? ਹਾਂਜੀ ਸਾਡੇ ਗ੍ਰੇਟ ਗ੍ਰੈਂਡ ਪੈਰੈਂਟਸ ਪੰਜਾਬ ਤੋਂ ਮਲੇਸ਼ੀਆ ਮੂਵ ਹੋ ਗਏ ਆਰਮੀ ਤੇ ਪੁਲਿਸ ਦੇ ਵਿੱਚ। ਅੱਛਾ ਹਾਂ ਸੋ 2 3 4 ਜਨਰੇਸ਼ਨਸ ਤੋਂ ਅਸੀਂ ਮਲੇਸ਼ੀਆ ਵਿੱਚ ਹੈ। ਤੁਹਾਡੇ ਫਾਦਰ ਸਾਹਿਬ ਹੋਰਾਂ ਦਾ ਜਨਮ ਵੀ ਉੱਧਰ ਦਾ ਆ? ਮੇਰੇ ਫਾਦਰ ਮਦਰ ਗ੍ਰੈਂਡ ਪੈਰੈਂਟਸ ਦਾ ਵੀ ਜਨਮ ਮਲੇਸ਼ੀਆ ਵਿੱਚ ਹੋ ਗਿਆ। ਵਾਓ ਅੱਛਾ। ਹਾਂਜੀ ਤੇ ਐਂਡ ਇੰਨੀਆਂ ਜਨਰੇਸ਼ਨਸ ਕਿਉਂਕਿ ਆਪਾਂ ਕਹਿੰਦੇ ਹੁੰਦੇ ਆ ਕਿ ਜਿਹੜੀ ਸਾਡੀ ਤੀਜੀ ਜਨਰੇਸ਼ਨ ਆ ਉਹ ਤਾਂ ਫਿਰ ਬਿਲਕੁਲ ਹੀ ਬਦਲ ਜਾਂਦੀ ਆ। ਅਸੀਂ ਜਦੋਂ ਪੰਜਾਬ ਤੋਂ ਬਾਹਰ ਰਹਿ ਰਹੇ ਹੁੰਦੇ ਆ ਅਸੀਂ ਮਾਈਗ੍ਰੇਟ ਹੋ ਜਾਂਦੇ ਆ। ਫਰਸਟ ਜਨਰੇਸ਼ਨ ਪੰਜਾਬ ਨੂੰ ਪੰਜਾਬੀ ਨੂੰ ਥੋੜ੍ਹਾ ਆਪਣੇ ਨਾਲ ਰੱਖਦੀ ਆ ਆਪਣੇ ਕਲਚਰ ਨੂੰ। ਉਸ ਤੋਂ ਬਾਅਦ ਸੈਕਿੰਡ ਜਨਰੇਸ਼ਨ ਥੋੜ੍ਹੀ ਜਿਹੀ ਘੱਟ ਜਾਂਦੇ ਆ। ਪਰ ਜਿਹੜੀ ਤੁਹਾਡੀ ਥਰਡ ਜਨਰੇਸ਼ਨ ਉਸ ਮੁਲਕ ਜਾਂ ਉਸ ਧਰਤੀ 'ਤੇ ਹੁੰਦੇ ਆ ਉੱਧਰ ਪੈਦਾ ਹੁੰਦੀ ਆ ਤਾਂ ਉਹਦੇ ਵਿੱਚ ਪੰਜਾਬੀ ਬਿਲਕੁਲ ਹੀ ਖਤਮ ਹੋ ਜਾਂਦੀ ਆ ਹੈ ਨਾ। ਸੋ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਜਨਰੇਸ਼ਨ ਹੈ ਨਾ। ਸੋ ਉਹਨਾਂ ਧਰਤੀਆਂ ਦੀ ਹੋਈ ਜਨਰੇਸ਼ਨ ਹੋ ਜਾਂਦੀ ਆ। ਬਟ ਸਟਿਲ ਤੁਹਾਡੇ 'ਚ ਇਹ ਚੀਜ਼ਾਂ ਹੈਗੀਆਂ ਨੇ ਜਾਂ ਸੰਗੀਤ ਦੇ ਨਾਲ ਤੁਸੀਂ ਜੁੜਨਾ ਗੁਰਬਾਣੀ ਦੇ ਨਾਲ ਜੁੜਨਾ। ਆਈ ਥਿੰਕ ਹਾਂਜੀ ਇਹ ਗੁਰਬਾਣੀ ਦੀ ਕ੍ਰੈਡਿਟ ਹੈ ਕੀਰਤਨ ਦੀ ਕ੍ਰੈਡਿਟ ਹੈ ਔਰ ਡੈਫੀਨਿਟਲੀ ਸੰਗੀਤ ਦੀ ਕ੍ਰੈਡਿਟ ਹੈ ਕਿਉਂਕਿ ਹਾਂ ਮੈਂ ਬਚਪਨ ਤੋਂ ਬਹੁਤ ਸੁਣਦੀ ਸੀ ਸੂਫੀ ਐਂਡ ਪੰਜਾਬੀ ਫੋਕ ਸੌਂਗਸ ਬਾਲੀਵੁੱਡ ਵੀ। ਅੱਛਾ ਬਹੁਤ ਸੁਣੀ ਬਹੁਤ ਫਿਲਮਸ ਵੇਖੀ ਤੇ ਪਾਪਾ ਦੇ ਨਾਲ ਪਾਪਾ ਇੰਡੀਆ ਦੇ ਨਾਲ ਬਹੁਤ ਕਨੈਕਟਡ ਰਹੇ ਕਿਉਂਕਿ ਮੇਰੇ ਗ੍ਰੈਂਡ ਪੈਰੈਂਟਸ ਦਾ ਉਹ ਯਾਤਰਾ ਕਰਦੇ ਸੀ ਲਾਈਕ ਮਲੇਸ਼ੀਆ ਤੋਂ। ਸੋ ਪਾਪਾ ਯੂਜ਼ਡ ਟੂ ਗੋ ਐਵਰੀ ਫਿਊ ਇਅਰਸ ਟੇਕਿੰਗ ਯਾਤਰਾ ਨਨਕਾਣਾ ਸਾਹਿਬ ਹਜ਼ੂਰ ਸਾਹਿਬ ਹੇਮਕੁੰਡ ਸਾਹਿਬ। ਸੋ ਉਸ ਦੇ ਨਾਲ ਪਾਪਾ ਦਾ ਬਹੁਤ ਕਨੈਕਸ਼ਨ ਰਿਹਾ ਪੰਜਾਬ ਦੇ ਨਾਲ ਐਂਡ ਆਈ ਥਿੰਕ I'm very close to my father. So I've maybe picked that up mostly through music ਮੇਰੇ ਵਾਸਤੇ ਜੀ ਤੇ ਕੀਰਤਨ ਦੇ ਰਾਹੀਂ ਪਰ ਯਾ ਪੰਜਾਬ ਦੇ ਨਾਲ ਤੁਹਾਡੀ ਪਹਿਲੀ ਇੰਟਰੋਡਕਸ਼ਨ ਕੀ ਸੀਗੀ? ਕਦੋਂ ਜਾਂ ਪੰਜਾਬ ਤੁਸੀਂ ਪਹਿਲੀ ਵਾਰੀ ਕਦੋਂ ਆਏ ਸੀਗੇ? ਆਈ ਥਿੰਕ ਬਚਪਨ ਤੋਂ ਆਏ ਸੀ। ਅੱਛਾ ਹਾਂ
ਬਚਪਨ ਤੋਂ ਆਈ ਥਿੰਕ ਅਸੀਂ ਹਰ 2-3 ਸਾਲ ਆਉਂਦੇ ਰਹਿੰਦੇ ਨਾਰਮਲੀ ਯਾਤਰਾ ਕਰਨ ਲਈ, ਕੀਰਤਨ ਕਰਨ ਲਈ, ਸ਼ਾਪਿੰਗ ਕਰਨ ਲਈ। ਆਫ ਕੋਰਸ। ਹਾਂ, ਪਰ ਹੁਣ ਥੋੜਾ ਡਿਫਰੈਂਟ ਹੋ ਗਿਆ। ਅਸੀਂ ਇੱਥੇ ਟੂਰ ਕਰਨੇ ਸ਼ੁਰੂ ਕਰ ਦਿਆ। ਯਾ ਐਂਡ ਤੁਸੀਂ ਆਪਣੇ ਦਾਦਾ ਜੀ ਦੇ ਨਾਲ ਕਿੰਨਾ ਟਾਈਮ ਸਪੈਂਡ ਕਰਦੇ ਰਹੇ ਹੋ, ਜਾਂ ਫਿਰ ਉਹ ਤੁਹਾਨੂੰ ਪੰਜਾਬ ਤੋਂ ਕਹਾਣੀਆਂ ਜਾਂ ਕੁਝ ਮਤਲਬ ਉਹਨਾਂ ਦੀਆਂ ਗੱਲਾਂ ਦੇ ਵਿੱਚ ਕੀ ਜ਼ਿਕਰ ਸੀਗਾ? ਐਕਚੁਅਲੀ ਸੈਡਲੀ ਮੇਰੇ ਦਾਦਾ ਜੀ ਬਹੁਤ ਕਮ ਉਮਰ ਵਿੱਚ ਪਾਸ ਹੋਏ ਹੋ ਗਏ। ਪਰ ਆਈ ਥਿੰਕ ਮੈਂ ਸਭ ਤੋਂ ਵੱਡੀ ਗ੍ਰੈਂਡ ਚਾਈਲਡ ਹੈ ਉਹਨਾਂ ਦਾ, ਤਾਂ ਆਈ ਵਾਜ਼ ਓਨਲੀ ਗ੍ਰੈਂਡ ਚਾਈਲਡ ਹੀ ਸੌ। ਸੋ ਆਈ ਥਿੰਕ ਉਹਨਾਂ ਨੇ ਮੈਨੂੰ ਬਹੁਤ ਬਲੈਸਿੰਗਸ ਦਿੱਤੀ ਸ਼ੁਰੂ ਤੋਂ। ਇਟਸ ਆਲ ਆਈ ਥਿੰਕ ਜੋ ਵੀ ਅਸੀਂ ਕਰ ਰਹੇ ਅੱਜ is the blessings of my grandparents, my parents, my family, God, our gurus. So definitely they have such a big role ਮੇਰੀ ਇਸ ਜਰਨੀ ਵਿੱਚ। ਬਿਲਕੁਲ। ਐਂਡ ਤੁਹਾਡੇ ਇਸ ਪਰਿਵਾਰ ਦਾ ਆਈ ਗੈਸ ਲਾਹੌਰ ਦੇ ਨਾਲ ਵੀ ਬਹੁਤ ਗੂੜਾ ਰਿਸ਼ਤਾ ਹੈ ਨਾ। ਤੁਹਾਡੀ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਉੱਥੇ ਸਿੱਖਣ ਦੇ ਲਈ ਗਏ ਸੀਗੇ। ਮੈਂ ਚਾਹੁੰਦੀ ਹਾਂ ਕਿ ਉਹ ਵੀ ਤੁਸੀਂ ਦੱਸੋ ਸਾਰਿਆਂ ਨੂੰ। ਹਾਂਜੀ, ਪਾਪਾ 1 ਮਹੀਨੇ ਸਪੈਂਡ ਕੀਤਾ ਲਾਹੌਰ ਵਿੱਚ। ਜਦੋਂ ਬਚਪਨ ਵਿੱਚ ਮੇਰੇ ਦਾਦਾ ਜੀ ਉਹਨਾਂ ਨੂੰ ਭੇਜਿਆ ਲਾਹੌਰ ਸਿੱਖਣ ਲਈ ਮਿਊਜ਼ਿਕ। ਇੱਕ ਉਸਤਾਦ, ਮੈਂ ਉਹਨਾਂ ਦਾ ਨਾਮ ਭੁੱਲ ਗਿਆ ਆਈ ਥਿੰਕ, ਪਰ ਬਹੁਤ ਵੱਡੇ ਉਸਤਾਦ ਸੀ। ਪਾਪਾ ਉਸਤਾਦ ਮਹਿੰਦੀ ਹਸਨ ਸਾਹਿਬ ਦਾ ਬਹੁਤ ਵੱਡਾ ਫੈਨ ਸੀ। ਸੋ ਮਹਿੰਦੀ ਹਸਨ ਜੀ ਉਹਨਾਂ ਨੂੰ ਰეკਮੈਂਡ ਕੀਤਾ ਇਸ ਉਸਤਾਦ ਨੂੰ। ਸੋ ਪਾਪਾ ਗੁਰਦੁਆਰਾ ਡੇਰਾ ਸਾਹਿਬ ਵਿੱਚ ਰਹਿ ਕੇ 1 ਮਹੀਨੇ ਤੱਕ ਸਿਰਫ ਮਿਊਜ਼ਿਕ ਸਿੱਖੀ ਉਹਨਾਂ ਦੇ ਨਾਲ। ਹਾਂ। ਐਂਡ ਤੁਹਾਡੀ ਜਿਹੜੀ ਪੂਰੀ ਮਿਊਜ਼ਿਕ ਦੀ ਜਰਨੀ ਦੀ ਜੋ ਵੀ ਤੁਹਾਡਾ ਐਕਸਪੀਰੀਅੰਸ ਉਹ ਤੁਹਾਡੇ ਫਾਦਰ ਤੋਂ ਆਇਆ ਤੁਹਾਡੇ ਲਈ? ਹਾਂਜੀ, ਆਈ ਥਿੰਕ ਬਚਪਨ ਤੋਂ ਪਾਪਾ ਮੈਨੂੰ ਲੈ ਕੇ ਜਾਂਦੇ ਸੀ ਕੀਰਤਨ ਵਾਸਤੇ, ਸ਼ੋਜ਼ ਵਾਸਤੇ, ਤੇ ਲਾਈਕ ਆਲ ਪੇਰੈਂਟਸ ਬਹੁਤ encouraging ਸੀ। ਆਈ ਥਿੰਕ ਬਿਫੋਰ ਆਈ ਕੁਡ ਡ੍ਰੀਮ ਆਫ ਬੀਇੰਗ ਅ ਸਿੰਗਰ ਔਰ ਹੈਵ ਦਿਸ ਵਿਜ਼ਨ, ਆਈ ਥਿੰਕ ਉਹ ਵਿਜ਼ਨ ਆਲਰੇਡੀ ਪਾਪਾ ਦੇ ਵਿੱਚ ਸੀ ਕਿ ਮੇਰੀ ਬੇਟੀ ਲਾਈਕ ਸਿੰਗਰ ਬਣ ਸਕਦੀ। And so he did everything, whether it's giving me a good ustad. So मैं classical music sikhi Auckland ਤੋਂ Professor Shukdev Mathur ਤੋਂ 10 ਸਾਲ ਵਾਸਤੇ। ਤੇ ਉਹ consistency and hard work ਜੋ parents ਲਗਾਉਂਦੇ ਆਪਣੇ ਬੱਚਿਆਂ ਵਾਸਤੇ, ਲਾਈਕ ਇਸ ਜਰਨੀ ਵਿੱਚ ਆਉਣ ਵਾਸਤੇ। So that is definitely underrated and definitely credit to my parents. Whether it's whenever any singer comes, making me sing on the spot, ਉਹਨਾਂ ਦੇ ਵਾਸਤੇ, ਮਾਸਟਰ ਸਲੀਮ ਵਾਸਤੇ, ਰਾਹਤ ਫਤਿਹ ਅਲੀ ਖਾਨ ਵਾਸਤੇ। ਹਾਂ, I think all that slowly built my confidence. And then of course I've been performing since I've been young with my music school, classical Sikhi. I've learnt about 60-65 rags. So that foundation was very, very important in terms of voice flexibility and the range and the confidence in yourself while singing. Like whatever you imagine, ਉਹ ਤੁਸੀਂ ਐਗਜ਼ੀਕਿਊਟ ਕਰ ਸਕਦੇ ਆਪਣੀ ਆਵਾਜ਼ ਨਾਲ। ਸੋ ਉਹ ਵੀ ਬਹੁਤ ਜ਼ਰੂਰੀ ਸੀ। ਐਂਡ ਦੈਨ ਨਾਓ ਪਾਪਾ ਇਜ਼ ਵੀ ਸਟਿਲ ਡੂ ਕੀਰਤਨ ਟੁਗੇਦਰ। ਅਸੀਂ ਟੂਰ ਕਰਦੇ ਕੀਰਤਨ ਕਰਦੇ ਨਾਲ। ਪਰ ਇਨ ਟਰਮਸ ਆਫ ਕਨਸਰਟਸ ਐਂਡ ਸ਼ੋਜ਼ ਪਾਪਾ ਮੈਨੂੰ ਮੈਨੇਜ ਵੀ ਕਰਦੇ, ਬਹੁਤ ਸਪੋਰਟ ਵੀ ਕਰਦੇ। ਵੀ ਆਰ ਇਨ ਦਿਸ ਜਰਨੀ ਟੁਗੇਦਰ ਫॉर ਸ਼ੋਰ। ਐਂਡ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਹੀ 3 ਮੁਲਕਾਂ ਦਾ ਐਕਸਪੀਰੀਅੰਸ ਕੀਤਾ ਸੀਗਾ। ਮੈਂ ਚਾਹੁੰਦੀ ਕਿ ਉਹ ਵੀ ਤੁਸੀਂ ਥੋੜਾ ਬਰੀਫ ਕਰੋ ਕਿ 7 ਸਾਲ ਦੀ ਉਮਰ ਦੇ ਵਿੱਚ ਤੁਸੀਂ ਨਿਊਜ਼ੀਲੈਂਡ ਸ਼ਿਫਟ ਹੋਏ ਹੋ। ਹਾਂਜੀ। ਐਂਡ ਹੁਣ ਤਾਂ ਚਲੋ ਅਕ੍ਰੋਸ ਦ ਵਰਲਡ ਤੁਸੀਂ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਜਾਂਦੇ ਹੋ, ਆਪਣੇ ਸ਼ੋਜ਼ ਕਰਦੇ ਹੋ, ਹੈ ਨਾ। ਪਰ ਉਹ ਜਿਹੜੇ ਪਹਿਲੇ 7 ਸਾਲ ਸੀਗੇ ਉਹ ਅਲੱਗ ਕਲਚਰ, ਅਲੱਗ ਲੈਂਗੁਏਜ, ਉਹਦਾ ਵੀ ਕੋਈ ਇਫੈਕਟ ਜਾਂ ਇਨਫਲੂਐਂਸ ਹੈ ਤੁਹਾਡੀ ਮਿਊਜ਼ਿਕ ਜਰਨੀ 'ਤੇ? ਮਲੇਸ਼ੀਆ ਵਿੱਚ ਆਈ ਥਿੰਕ ਮੈਨੂੰ ਬਹੁਤ
start nahi ho sorry let me say that again I didn't start music Malaysia ਤੋਂ ਬਹੁਤ ਜ਼ਿਆਦਾ ਪਰ ਮੈਂ ਬਹੁਤ ਸੁਣੀ ਮਿਊਜ਼ਿਕ ਬਚਪਨ ਤੋਂ ਜੋ ਵੀ ਘਰ ਵਿੱਚ ਪਲੇ ਹੁੰਦਾ ਮੈਂ ਉਹੀ ਸੁਣਦੀ ਆ ਰਹੀ ਹੂੰ ਮੈਂ ਉਹੀ ਸੁਣਦੀ ਪਰ ਸਾਨੂੰ ਬਿਲਕੁਲ ਸਮਝ ਆ ਰਹੀ ਹੈ ਤੁਹਾਡੀ ਪੰਜਾਬੀ ਨਹੀਂ ਮੈਂ ਚਾਹੁੰਦੀ ਹਾਂ ਕਿ ਤੁਸੀਂ I'm so sorry to the audience ਮੇਰੀ ਪੰਜਾਬੀ ਬਹੁਤ ਖਰਾਬ ਹੈ ਮਤਲਬ ਤੁਹਾਨੂੰ ਸੌਰੀ ਕਹਿਣ ਦੀ ਜ਼ਰੂਰਤ ਨਹੀਂ ਆ ਸਾਨੂੰ ਬਿਲਕੁਲ ਤੁਹਾਡੀ ਗੱਲ ਸਮਝ ਆ ਰਹੀ ਆ ਤੇ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਹੋਰ ਜ਼ਿਆਦਾ ਖੁੱਲ ਕੇ ਕੌਨਫੀਡੈਂਟਲੀ ਗੱਲ ਕਰੋ Please forgive me. I'll try my best. Sorry, what was the question? Oh, from Malaysia. हाँ, I think बचपन ਵਿੱਚ बहुत family ਦੇ ਨਾਲ ਸਾਡੇ family ਵੀ ਬਹੁਤ musical ਹੈ ਪਰ ਥੋੜਾ ਰਿਲੈਕਸ ਸੀ ਬਚਪਨ I think ਬਹੁਤ ਪ੍ਰੈਸ਼ਰ ਨਹੀਂ ਸੀ ਮਿਊਜ਼ਿਕ ਕਰਨ ਵਾਸਤੇ ਇੱਥੇ ਨਿਊਜ਼ੀਲੈਂਡ ਆਉਣ ਤੋਂ ਬਾਅਦ ਉਹ ਟ੍ਰੇਨਿੰਗ ਸ਼ੁਰੂ ਕੀਤਾ ਅੱਛਾ ਹਾਂਜੀ ਪੰਜਾਬ ਦੇ ਜਾਂ ਫਿਰ ਪੰਜਾਬੀ ਦੇ ਕਿਹੜੇ ਗਾਇਕ ਜਾਂ ਕਿੱਦਾਂ ਦਾ ਮਿਊਜ਼ਿਕ ਘਰ 'ਚ ਚੱਲਦਾ ਸੀਗਾ ਗੁਰਬਾਣੀ ਤੋਂ ਇਲਾਵਾ ਜੇ ਆਪਾਂ ਮਿਊਜ਼ਿਕ ਦੀ ਗੱਲ ਕਰੀਏ ਹਾਂਜੀ ਸੋ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਕਵਾਲੀ ਬਹੁਤ ਚੱਲਦੇ ਸੀ ਕਾਰ ਵਿੱਚ ਗੱਡੀ ਵਿੱਚ ਘਰ ਵਿੱਚ ਤੇ ਗਜ਼ਲਸ ਵੀ ਬਹੁਤ ਚੱਲਦੇ ਸੀ ਉਸਤਾਦ ਮਹਿੰਦੀ ਹਸਨ ਸਾਹਿਬ ਜਗਜੀਤ ਸਿੰਘ ਗੁਲਾਮ ਅਲੀ ਜੀ ਹਿੰਦੀ ਸੌਂਗਸ ਵੀ ਬਹੁਤ ਅਸੀਂ ਸੁਣਦੇ ਸੀ ਗੱਡੀ ਵਿੱਚ ਐਂਡ ਉਸ ਟਾਈਮ ਵਿੱਚ ਕੈਸਟ ਦੇ ਨਾਲ ਤੇ CD ਦੇ ਨਾਲ ਤੁਸੀਂ ਸੇਮ ਚੀਜ਼ ਬਹੁਤ ਵਾਰੀ ਸੁਣਦੇ ਉਹ ਵੈਰਾਈਟੀ ਨਹੀਂ ਹੁੰਦਾ that we have right now with Spotify and all of that so I think that definitely helped ਮੇਰੀ ਜਰਨੀ ਵਿੱਚ ਕਿਉਂਕਿ ਜਦੋਂ ਵੀ ਮੈਂ ਉਹ CD ਸੁਣਦੀ ਸੀ like I used to always hum along with it and sing along until I can exactly sing what the original singer is doing so ਉਹ ਵੀ ਬਹੁਤ ਹੈਲਪ ਕੀਤਾ ਤੇ ਮੈਂ ਐਡੀਟਿੰਗ ਵੀ ਕਰਦੀ ਸੀ like of wedding videos so ਉਸ ਦੇ ਨਾਲ ਵੀ ਤੁਸੀਂ songs ਪਾਣਾ ਸੀ like and I used to sing along with that and then while editing you have to go back a lot of times to cut and figure out the frame so ਉਸ ਦੇ ਨਾਲ ਬਹੁਤ repetition ਹੁੰਦਾ so repetition consistency of ਰਿਆਜ਼ ਔਰ ਇਹ ਸਭ contribute ਕੀਤਾ I think ਐਂਡ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਂ ਤੁਹਾਡੇ ਬਾਰੇ ਇੱਕ ਰਾਈਟ ਅਪ ਪੜ੍ਹ ਰਹੀ ਸੀਗੀ ਕਿ ਆਰਕੀਟੈਕਚਰ ਦੀ ਤੁਸੀਂ ਪੜ੍ਹਾਈ ਕੀਤੀ ਆ ਮਾਸਟਰਸ ਇਨ ਆਰਕੀਟੈਕਚਰ ਰਾਈਟ ਤੇ ਤੁਹਾਡਾ ਇੱਕ ਥੀਸਿਸ ਸੀਗਾ ਜਿਹਦੇ ਵਿੱਚ ਤੁਸੀਂ ਆਰਕੀਟੈਕਚਰ ਐਂਡ ਮਿਊਜ਼ਿਕ ਨੂੰ ਕੰਬਾਈਨ ਕਰਕੇ ਪ੍ਰੈਜ਼ੈਂਟ ਕੀਤਾ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਉਸ ਇੱਕ ਸਾਈਡ ਬਾਰੇ ਵੀ ਸਾਨੂੰ ਦੱਸੋ ਕਿ ਮਿਊਜ਼ਿਕ ਤੋਂ ਇਲਾਵਾ ਅੰਮ੍ਰਿਤਾ ਦੀ ਲਾਈਫ 'ਚ ਹੋਰ ਕੀ ਹੈ हाँ मैं प्रोफेशनली आर्किटेक्चर दी फील्ड विच एंटर हो गई स्कूल तो बाद आई डिड माई बैचलर्स एंड मास्टर्स इन आर्किटेक्चर फ्रॉम यूनिवर्सिटी ऑफ ऑकलैंड ते लास्ट ईयर विच थीसिस हुंदा सो थीसिस मेरा आर्किटेक्चर एंड म्यूजिक दे बारे सी सो मैं एक को हाउसिंग कम्युनिटी डिज़ाइन किया और 8 बिल्डिंग्स सी 8 बिल्डिंग्स सी ईच बिल्डिंग वॉज बेस्ड ऑन अ राग ਤੇ ਰਾਗ ਦੀ ਕੈਰੈਕਟਰਿਸਟਿਕਸ ਵੈਦਰ ਮੈਲੋਡੀ ਹੋ ਜਾਂ ਵਿਜ਼ੂਅਲ ਕੈਰੈਕਟਰਿਸਟਿਕਸ ਵੀ ਹੈ ਰਾਗਮਾਲਾ ਮਿਨੀਏਚਰ ਪੇਂਟਿੰਗਸ ਵਿੱਚ ਤੇ ਹਿਸਟਰੀ ਵੀ ਹੈ ਈਚ ਰਾਗ ਦੇ ਬਰਥ ਤੋਂ ਸੋ based on all of that I designed each of the buildings and the interconnected areas that create the transitions between the rags gardens public spaces so that was a very imagine ਕਰਨਾ ਵੀ impossible ਹੈ ਕਿ architecture and music ਨੂੰ ਤੁਸੀਂ combine ਕਰਕੇ ਕੁਝ present ਕਰ ਸਕਦੇ ਹੋ ਹਾਂ ਬਹੁਤ ਸਪੈਸ਼ਲ ਐਕਸਪੀਰੀਅੰਸ ਸੀ ਕਿਉਂਕਿ ਪਹਿਲੀ ਵਾਰ ਮੈਂ ਥਿਊਰੀ ਵਿੱਚ ਸਟੱਡੀ ਕਰ ਸਕਦੀ ਸੀ ਮਿਊਜ਼ਿਕ ਤੇ ਹਿੰਦੁਸਤਾਨੀ ਕਲਾਸਿਕਲ ਮਿਊਜ਼ਿਕ ਤੇ so I really enjoyed that experience and of course teaching and expressing is ਬਹੁਤ ਵੱਡੀ ਆਰਟ ਫਾਰਮ ਨੂੰ ਨਿਊਜ਼ੀਲੈਂਡ ਦੀ ਪਬਲਿਕ ਦੇ ਨਾਲ my critiques my professors my peers presenting it with them and then of course the visual presentation is very important and I also recorded a ragmala and played it during my presentation so that it becomes an immersive experience for everyone
for example, Puriya Dhanasari is a rag, ਅੱਛਾ which is an evening rag. It's very romantic, and it's got a lot of depth into it. So the building based on Puriya Dhanasari, of course, the design was based on the rags characteristics, but I made it into the bottom floor into a restaurant with good evening sunset light, Okay. so that people can have dinner there. And then, for example, Basant is a rag which is about springtime, asi springtime which gande. So that building is a bit more. Even the progression of the notes is ascending and very uplifting. So that building was a bit suspended with a garden, Okay. flower garden. Yeah, so these kind of things, I had a lot of fun to implement the characteristics of the rags into the buildings. And I think they really enjoyed it because, like I said, ਉਹਨਾਂ ਨੂੰ ਪਤਾ ਨਹੀਂ ਹੈ ਹਿੰਦੁਸਤਾਨੀ classical music ਦੀ history ਬਾਰੇ or depth ਬਾਰੇ, so it was very interesting. ਤੁਹਾਡੇ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ ਹੋਣਾ ਹੈ। ਹਾਂ, ਉਹਨਾਂ ਨੇ ਬਹੁਤ encourage ਵੀ ਕੀਤਾ, so that was a really memorable experience for sure. ਐਂਡ ਜਿਹੜੀ ਇਹ ਸਿੰਗਿੰਗ ਆ, ਇਹ ਤੁਹਾਡਾ ਪ੍ਰੋਫੈਸ਼ਨ ਬਣ ਗਿਆ ਹੁਣ ਜਾਂ ਫਿਰ ਇਹ ਤੁਹਾਡਾ ਪੈਸ਼ਨ ਹੈ? ਹੁਣ ਮੇਰਾ ਪ੍ਰੋਫੈਸ਼ਨ ਵੀ ਬਣ ਗਿਆ। ਹੁਣ ਤੱਕ ਮੇਰੀ ਪੈਸ਼ਨ ਵੀ ਹੈ। I've always done singing, music, kirtan alongside architecture and my full-time job in the building industry for the last 6-7 years. ਪਰ ਹੁਣ ਇਸ ਸਾਲ ਮੈਂ decide ਕੀਤਾ ਕਿ ਇਸ ਜਰਨੀ ਨੂੰ full-time ਔਰ ਇਸ ਜਰਨੀ ਨੂੰ ਥੋੜਾ ਹੋਰ ਫੋਕਸ ਦੇਣਾ ਤੇ ਬਹੁਤ ਕੁਝ ਚੀਜ਼ਾਂ ਟਰਾਈ ਕਰਨੀਆਂ and give it my 100%, and of course that demands a lot more time. But it's been an amazing journey. I think I was very skeptical and a bit scared as well. Puri family thoda scared si kyunki music ek thoda unconventional route hai. So I think parents apne bachchiyan waste like thoda stable job ਦੇ ਬਾਰੇ encourage ਕਰਦੇ. But yeah, they've been very supportive, and I think with the results so far in the last 6 months, we've toured Southeast Asia, and we just completed our USA and Canada tour, and we've just started India, Kenya, Malaysia, Dubai and Dublin. It's growing. The tours are growing, so it's been amazing. And houseful rahe, sold out rahe ne, right? Hanji, it's God's blessings. We've been very lucky ke audience sanu bahut pyar karde, and they connect with our music and kirtan so much. So yeah, a lot of our shows have been sold out, whether it's in Auckland, Vancouver, and throughout America as well. It's been an amazing journey for sure. I'm really grateful. ਬਿਲਕੁਲ। ਲਾਹੌਰ ਦੇ ਵਿੱਚ ਇੱਕ ਇਵੈਂਟ ਹੁੰਦਾ ਵਿਚ ਦਾ ਹੈਰੀਟੇਜ ਰਿਵਾਈਵਡ, ਤੇ ਅੰਮ੍ਰਿਤਾ ਉੱਥੇ ਪਰਫਾਰਮ ਕਰਨ ਵਾਲੇ ਪਹਿਲੇ ਸਿੱਖ ਪੰਜਾਬੀ ਨੇ, ਸੋ ਉਹਦੇ ਲਈ ਵੀ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਮੈਂ ਚਾਹੁੰਦੀ ਹਾਂ ਕਿ ਉਹ ਸ਼ੋਅ ਕੀ ਹੈ, ਕਿਸ ਖਾਸ ਜਗ੍ਹਾ ਤੇ ਹੁੰਦਾ, ਉਹਦਾ ਵੀ ਤੁਸੀਂ ਜ਼ਿਕਰ ਕਰੋ ਕਿਉਂਕਿ ਉਹ ਵੀ ਸਾਡੇ ਲਈ ਬਹੁਤ ਸਪੈਸ਼ਲ ਆ। ਹਾਂਜੀ, ਫॉर श्योर ਉਹ ਬਹੁਤ ਸਪੈਸ਼ਲ ਐਕਸਪੀਰੀਅੰਸ ਸੀ। ਪਹਿਲੀ ਵਾਰ ਅਸੀਂ ਪਿਛਲੇ ਸਾਲ ਹਵੇਲੀ ਬਰੂਦ ਖਾਨਾ ਵਿੱਚ ਪਰਫਾਰਮ ਕੀਤਾ। ਮੀਆਂ ਯੂਸਫ ਸਲਾਉਦੀਨ ਜੀ ਉਹਨਾਂ ਦੇ ਓਨਰ ਹੈ, ਸੋ ਉਹਨਾਂ ਨੇ ਇਨਵਾਈਟ ਕੀਤਾ, ਐਂਡ we did the concert, and it went so well on YouTube. Like ਅਸੀਂ expect ਵੀ ਨਹੀਂ ਕੀਤਾ like ਇੱਦਾਂ ਚਲੇਗੀ। But the place is so special, and ਮੀਆਂ ਜੀ ਵੀ ਕਹਿੰਦੇ concert ਦੇ recording ਵਿੱਚ ਕਿ ਇਹ ਹਵੇਲੀ like ਸਾਡੇ ancestors ਦੇ ਕੋਲ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਆਰਮੀ ਪਰਸਨਲ ਉੱਥੇ ਸਟੇ ਕਰਦੇ ਸੀ, ਤੇ ਉਹਨਾਂ ਨੇ ਆਰਮਸ ਉੱਥੇ ਸਟੋਰ ਹੋ ਗਿਆ। ਹਾਂ ਤੇ ਫਿਰ ਆਫ ਕੋਰਸ ਪਾਰਟੀਸ਼ਨ ਦੇ ਵੇਲੇ we lost ownership of the haveli, but Mia ji also showed us chota ja kamra, like
ਗਰਾਊਂਡ ਫਲੋਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਹੁੰਦੀ ਸੀ. ਅੱਛਾ. So that was very special, and the fact that we were the first Sikh to perform there, it's a very prestigious place to perform. Like ਉੱਥੇ ਬਹੁਤ Pakistani artists ਆਉਂਦੇ. It's like a milestone in any Pakistani artist's career to perform at Haveli Barood Khana. So ਬਹੁਤ honor and privilege ਦੀ ਗੱਲ ਸੀ ਕਿ ਅਸੀਂ ਉੱਥੇ perform ਕਰ ਸਕੇ. And ਇਸ ਸਾਲ ਵੀ ਅਸੀਂ ਗਏ ਜਨਵਰੀ ਵਿੱਚ. ਅੱਛਾ. ਤੇ ਅਸੀਂ ਇੱਕ ਹੋਰ concert ਵੀ ਕੀਤਾ. ਤੇ a few songs are already on YouTube, like ਪੰਜਾਬੀ ਟੱਪੇ, some people might have heard. ਬਹੁਤ ਫੇਮਸ ਹੋਏ. ਹਾਂਜੀ, ਜ਼ੀਸ਼ਾਨ ਅਲੀ ਦੇ ਨਾਲ. ਤੇ ਸਾਸੋਂ ਕੀ ਮਾਲਾ, ਚੁਪਕੇ ਚੁਪਕੇ, ਰੰਜਿਸ਼ ਹੀ ਸਹੀ. And we've got a few more songs, ਪੰਜਾਬੀ ghazals ਵੀ, ਜੋ ਅਸੀਂ ਰਿਲੀਜ਼ ਕਰਾਂਗੇ in the next few months as well. Okay. Yeah, but it's been a special experience. ਐਂਡ ਉੱਥੇ ਤੁਸੀਂ ਹੀਰ ਵੀ ਪਰਫਾਰਮ ਕੀਤੀ ਸੀ. ਮੈਂ ਚਾਹੂੰਗੀ ਕਿ ਆਪਾਂ ਉਹ ਸੁਣੀਏ, ਬਟ ਇੱਕ ਸਵਾਲ ਮੇਰਾ ਹੈ ਕਿ ਜਦੋਂ ਅਸੀਂ ਤੁਹਾਨੂੰ ਗਾਉਂਦਿਆਂ ਸੁਣਦੇ ਹਾਂ ਤਾਂ ਜਿਵੇਂ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ, ਹਾਂਜੀ, ਕਿ ਗਾਉਂਦਿਆਂ ਤੁਹਾਡਾ ਕਦੇ ਵੀ ਲੈਂਗੁਏਜ ਬੈਰੀਅਰ ਸਾਨੂੰ ਫੀਲ ਨਹੀਂ ਹੋਇਆ? ਇਹ ਕਿਵੇਂ ਹੁੰਦਾ? ਆਈ ਥਿੰਕ ਇਹ ਕੀਰਤਨ ਦੇ ਨਾਲ ਹੋ ਗਿਆ, ਕਿਉਂਕਿ ਮੈਂ ਮੇਬੀ 20-25 years ਤੋਂ ਕੀਰਤਨ ਕਰਦੀ ਰਹੀ ਪਾਪਾ ਦੇ ਨਾਲ. Especially every Sunday religiously ਅਸੀਂ ਕੀਰਤਨ ਕਰਦੇ ਸੀ Auckland. So ਸ਼ਬਦ ਦੇ ਨਾਲ ਗੁਰਮੁਖੀ ਪੜ੍ਹਨਾ. I think Gurbani a lot of is Punjabi based. And then Papa always used to guide me pronunciation ਦੇ ਨਾਲ. So ਹੌਲੀ ਉਹ ਥੋੜਾ improve ਹੋ ਗਿਆ. Yeah. ਐਂਡ ਤੁਸੀਂ ਸਪੈਸ਼ਲੀ ਉੱਥੇ ਇੱਕ ਪਰਫਾਰਮੈਂਸ ਦਿੱਤੀ ਜਦੋਂ ਤੁਸੀਂ ਇਸ ਇਵੈਂਟ ਤੇ ਪਰਫਾਰਮ ਕਰ ਰਹੇ ਸੀਗੇ, ਹੀਰ ਵਾਰਿਸ ਸ਼ਾਹ ਨੂੰ ਗਾਉਂਦਿਆਂ ਹੋਇਆ. ਐਂਡ ਉਸ ਤੋਂ ਪਹਿਲਾਂ ਤੁਸੀਂ ਇੱਕ ਇੰਟਰੋਡਕਸ਼ਨ ਦਿੱਤੀ ਸੀਗੀ. ਮੈਂ ਚਾਹੁੰਦੀ ਹਾਂ ਕਿ ਉਹ ਤੁਸੀਂ ਬੀ ਸੋਸ਼ਲ ਦੀ ਆਡੀਅנס ਦੇ ਨਾਲ ਵੀ ਸ਼ੇਅਰ ਕਰੋ. Sure. So Heer Waris Shah was written by Waris Shah in Punjab 1766 ਦੇ ਵਿੱਚ. ਹੀਰ ਔਰ ਰਾਂਝਾ ਦੇ ਬਾਰੇ, ਉਹਨਾਂ ਦੇ ਲਵ ਸਟੋਰੀ ਬਾਰੇ. So of course बहुत iconic the traditional folk melody है, rooted in Punjab. And because I'm from New Zealand, मैं एक Maori love song Pokari Kariana, Maori ਉੱਥੇ ਦੀ indigenous लोग है. Pokari Kariana एक गाना है Hinimua और Tute Nikai. They are like the Heer Ranjha of New Zealand. So it's a song about them. And I love to sing it together क्योंकि ये थोड़ा जा मेरी identity बिल्कुल form कर दी. As a Kiwi Punjabi. Kiwi Punjabi. हाँ. हीर आँख दी जोगिया वे झूठ बोले, वे कौन रुठड़े यार मनावदा ऐसा कोई ना मिलिया, वे मैं ढूंढ थकी हो ते जेड़ा गया नू मोड़ ले आवदाई. एही ने हो की मारा कामत्या हो इते अरोहाए पुकार करे आना नवायो रुतरुआ फितिया तू कोई ही ने मारी नो आनाए. एही ने हो की मारा कामत्या हो इते अरोहाए
पुकारे कारे आना नावायो रोतरुआ फितिया चुकोहीने मारिनो आनाए ਥੈਂਕ Thank ਯੂ you. ਹੀਰ ਤਾਂ ਸਾਨੂੰ ਸਮਝ ਆਉਂਦੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਜੋ ਤੁਸੀਂ ਗਾਇਆ ਹਾਂਜੀ। ਇਹਦੇ ਸਾਨੂੰ ਅਗਰ ਤੁਸੀਂ ਥੋੜੇ ਜਿਹੇ ਅਰਥ ਦੱਸ ਸਕੋ। Hanji, sure. So, Pokare Kareana means the waters of Rotorua are very violent. Rotorua एक lake है अच्छा। जिथे ये गाना based है. ਹੂੰ So the guy is saying, Trutinika is saying that the waters are very rough, ਅੱਛਾ। but when you swim across, ਹੂੰ he's saying to Hinemoa, his lover, the water will be calm. So it's a love song, and yeah. ਮੈਨੂੰ ਸੁਣ ਕੇ ਸੋਹਣੀ ਮਹੀਵਾਲ ਦਾ ਵੀ ਚੇਤਾ ਆਇਆ Hanji. ਹੈ ਨਾ, ਕਿਉਂਕਿ ਉਹ ਸੋਹਣੀ ਜਿਹੜੀ ਸੀਗੀ ਉਹ ਕੱਚੇ ਘੜੇ ਤੇ ਤੈਰ ਕੇ ਮਹੀਵਾਲ ਨੂੰ ਮਿਲਣ ਜਾਂਦੀ ਹੁੰਦੀ ਸੀਗੀ ਹੈ ਨਾ। Hinemoa ਵੀ ਏਦਾਂ ਹੀ ਕਰਦੀ ਸੀ. I think there's a lot of parallels. Yeah. ਬਿਲਕੁਲ। Oh wow. ਥੈਂਕ ਯੂ ਅੰਮ੍ਰਿਤਾ। ਐਂਡ ਮੈਂ ਆਡੀਅנס ਨੂੰ ਦੱਸਣਾ ਚਾਹੂੰਗੀ ਕਿ ਅੰਮ੍ਰਿਤਾ ਮੋਹਾਲੀ ਦੇ ਵਿੱਚ ਪਰਫਾਰਮ ਕਰ ਰਹੇ ਨੇਗੇ 16 ਨਵੰਬਰ ਨੂੰ ਹਾਂਜੀ। ਹੈ ਨਾ, ਦਾ ਪਾਰਕ ਗੇਟ ਮੋਹਾਲੀ। ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੈਨਿਊ ਦਾ ਲਿੰਕ ਵੀ ਦੇ ਦਿਆਂਗੇ। ਅਗਰ ਤੁਸੀਂ ਇਹਨਾਂ ਦਾ ਇਵੈਂਟ ਦੇਖਣਾ ਚਾਹੁੰਦੇ ਹੋ ਜਾਂ ਇਹਨਾਂ ਦੀ ਲਾਈਵ ਸਿੰਗਿੰਗ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੁੱਕ ਮਾਈ ਸ਼ੋ ਇਨਸਾਈਡ ਹਾਂਜੀ। ਐਂਡ ਬੁੱਕ ਮਾਈ ਸ਼ੋ ਵਿੱਚ ਤੁਸੀਂ ਬੁੱਕ ਕਰ ਸਕਦੇ। ਹਾਂ, ਇਹਨਾਂ ਦੀਆਂ ਟਿਕਟਸ ਤੁਸੀਂ ਬੁੱਕ ਕਰ ਸਕਦੇ ਹੋ। ਵੈਨਿਊ ਦੀ ਲੋਕੇਸ਼ਨ ਅਸੀਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ, ਤਾਂ ਬਾਕੀ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੋਂ ਅਤੇ ਅੰਮ੍ਰਿਤਾ ਹੋਰਾਂ ਦੇ ਇੰਸਟਾਗ੍ਰਾਮ ਪੇਜ ਤੋਂ ਹਾਂਜੀ। ਤੁਹਾਨੂੰ ਮਿਲ ਜੂਗੀ। ਥੈਂਕ ਯੂ ਸੋ ਮਚ ਅੰਮ੍ਰਿਤਾ। ਥੈਂਕ ਯੂ ਸੋ ਮਚ ਭੈਣ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਐਂਡ ਅਸੀਂ ਅਕਸਰ ਹੀ ਫੋਨ ਤੇ ਜਾਂ ਮੇਰੀ ਰੂਟੀਨ ਆ ਕਿ ਆਫਿਸ ਜਾਂਦੇ ਹੋਏ ਕੁਛ ਨਾ ਕੁਛ ਜਿਵੇਂ ਸ਼ਬਦ ਸੁਣ ਲਿਆ ਜਾਂ ਪਾਠ ਸੁਣ ਲਿਆ, ਤਾਂ ਮੈਂ ਕਹਿੰਦੀ ਜੇ ਇੱਕ ਵਾਰੀ ਤੁਹਾਡਾ ਸ਼ਬਦ ਅਸੀਂ ਲਾ ਲੈਣ ਤਾਂ ਮੇਰਾ ਫਿਰ ਉਹ ਕਈ ਦਿਨ ਰਿਪੀਟ ਤੇ ਚੱਲਦਾ ਆ। ਓ ਵਾਓ, ਗੁਰੂ ਦੀ ਕਿਰਪਾ। ਥੈਂਕ ਯੂ ਸੋ ਮਚ ਤੁਹਾਡੇ ਟਾਈਮ ਲਈ ਤੇ ਮੇਰੇ ਨਾਲ ਇੰਟਰਵਿਊ ਕਰਨ ਲਈ। ਆਮ ਵੈਰੀ ਗ੍ਰੇਟਫੁਲ। ਇਟਸ ਸੱਚ ਅ ਪਲੇਜ਼ਰ। ਥੈਂਕ ਯੂ। And especially with you, really respect you and your work so much. So it means a lot. And Hanji, to all the listeners, do come Mohali with show 16th November nu. Asi enjoy karange Sufi, ghazals, Punjabi, kuch film songs vi. And the ambience will be really beautiful rooftop pe. बहुत special होगा, बहुत special होगा. And I'll see you there. ਬਿਲਕੁਲ। ਐਂਡ ਥੈਂਕ ਯੂ ਸੋ ਮਚ ਵਨਸ ਅਗੇਨ ਵੀ ਸੋਸ਼ਲ ਤੇ ਆਉਣ ਦੇ ਲਈ, ਸਾਡੇ ਨਾਲ ਗੱਲ ਕਰਨ ਲਈ। Thank you. ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਨਾਲ ਅੰਮ੍ਰਿਤਾ ਕੌਰ। ਉਮੀਦ ਹੈ ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਵੀ ਸੋਸ਼ਲ ਨੂੰ ਵੇਖਦੇ ਰਹੋ। ਮੈਂ ਗੁਰਦੀਪ ਤੁਹਾਡੇ ਤੋਂ ਫਿਲਹਾਲ ਦੇ ਲਈ ਇਜਾਜ਼ਤ ਚਾਹੁੰਦੀ ਹਾਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।